सतनाम श्री वाहेगुरु जी। सुनिया सत संतोख ज्ञान। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸੁਣਿਆ, ਜਦੋਂ ਤੁਸੀਂ ਸ਼ਰਧਾ ਭਾਵਨਾ ਪਿਆਰ ਦੇ ਨਾਲ ਗੁਰੂ ਦੇ ਮੁਖ ਤੋਂ ਬਾਣੀ, ਨਾਮ ਅਤੇ ਗੁਰ ਉਪਦੇਸ਼ ਨੂੰ ਸਰਵਣ ਕਰਦੇ ਹੋ, ਇਹਦਾ ਫਲ ਸਤ ਸੰਤੋਖ ਗਿਆਨ ਦੇ ਰੂਪ ਦੇ ਵਿੱਚ ਪ੍ਰਾਪਤ ਹੁੰਦਾ ਹੈ। ਸਤ ਦਾ ਅਰਥ ਹੈ ਸਤ ਪ੍ਰਤੱਗੀ ਹੋਣਾ। ਜਿਹੜਾ ਗੁਰੂ ਦੇ ਮੁਖ ਤੋਂ ਉਪਦੇਸ਼ ਸੁਣਦਾ ਹੈ ਉਹ ਆਪਣੀ ਰਸਨਾ ਤੋਂ ਕਦੇ ਵੀ ਝੂਠ ਨਹੀਂ ਬੋਲੇਗਾ, ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਬੋਲੀਏ ਸੱਚ ਧਰਮ, ਝੂਠ ਨਹਿ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ। ਗੁਰਸਿੱਖਾ ਸੱਚ ਬੋਲਣਾ, ਸੱਚ ਬੋਲਣਾ ਧਰਮ ਹੈ, ਕਦੇ ਝੂਠ ਨਹੀਂ ਬੋਲਣਾ। ਤੇ ਨਾਲ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੀ ਕਹਿ ਦਿੱਤਾ, ਗੁਰਸਿੱਖਾ ਕਿਧਰੇ ਐਸਾ ਨਾ ਹੋਵੇ ਝੂਠ ਦੇ ਆਡੰਬਰ ਨੂੰ ਦੇਖ ਕੇ ਤੇਰਾ ਮਨ ਡੋਲ ਜਾਵੇ। ਗੁਰੂ ਦੇ ਬਚਨਾਂ ਤੇ ਭਰੋਸਾ ਰੱਖੀ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਜਿੱਤ ਆਖਰ ਸੱਚ ਦੀ ਹੁੰਦੀ ਹੈ, ਝੂਠ ਦੇ ਤਾਂ ਪੈਰ ਹੀ ਨਹੀਂ ਹੁੰਦੇ, ਇਸ ਲਈ ਜਿੱਤ ਸੱਚ ਦੀ ਹੁੰਦੀ ਹੈ। ਜਦੋਂ ਅਸੀਂ ਗੁਰੂ ਦੇ ਮੁਖ ਤੋਂ ਨਾਮ ਸੁਣਦੇ ਹਾਂ, ਬਾਣੀ ਦਾ ਉਪਦੇਸ਼ ਸੁਣਦੇ ਹਾਂ, ਸਾਨੂੰ ਸੱਚ ਬੋਲਣ ਦਾ ਗੁਣ ਪ੍ਰਾਪਤ ਹੋ ਜਾਂਦਾ ਹੈ। ਦੂਸਰਾ ਸਤ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ, ਸਤ ਦਾ ਅਰਥ ਦਾਨ। ਇੱਕ ਥਾਂ ਤੇ ਬਾਣੀ ਵਿੱਚ ਪੰਕਤੀ ਆਈ ਹੈ, ਸਤੀ ਦੇਹ ਸੰਤੋਖੀ ਖਾਏ। ਸਤੀ ਦਾ ਅਰਥ ਉੱਥੇ ਵੀ ਸਖੀ, ਦਾਤਾ। ਸਤੀ ਦੇਹ ਸੰਤੋਖੀ ਖਾਏ, ਸਖੀ ਦਿੰਦਾ ਤੇ ਸੰਤੋਖੀ ਲੈ ਕੇ ਖਾਂਦਾ। ਹਜ਼ੂਰ ਕਹਿੰਦੇ ਨੇ, ਗੁਰੂ ਦੇ ਮੁਖ ਤੋਂ ਨਾਮ ਬਾਣੀ ਦਾ ਉਪਦੇਸ਼ ਸੁਣ ਕੇ ਤੇ ਗੁਰਸਿੱਖ ਸਤ ਪ੍ਰਤੱਗੀ ਵੀ ਹੁੰਦਾ ਹੈ ਤੇ ਗੁਰਸਿੱਖ ਦਾਤਾ ਵੀ ਬਣ ਜਾਂਦਾ ਹੈ। ਉਹਦੇ ਵਿੱਚ ਦਇਆ ਦਾ ਗੁਣ ਵਾਹਿਗੁਰੂ ਪੈਦਾ ਕਰ ਦਿੰਦਾ ਹੈ, ਜਿਸ ਦਾ ਸਦਕਾ ਉਹ ਦੂਜੇ ਨੂੰ ਸਭ ਕੁਝ ਦੇਣ ਲਈ ਤਿਆਰ ਹੁੰਦਾ ਹੈ। ਦੂਸਰੀ ਗੱਲ ਸੰਤੋਖ, ਉਹਦੇ ਆਪਣੇ ਮਨ ਵਿੱਚ ਸੰਤੋਖ ਪੈਦਾ ਹੋ ਜਾਂਦਾ ਹੈ। ਸੰਤੋਖ ਇੱਕ ਐਸਾ ਗੁਣ ਹੈ ਜਿਸ ਨੇ ਧਰਮ ਦੀ ਮਰਜ਼ਾਦਾ ਨੂੰ ਕਾਇਮ ਰੱਖਿਆ ਹੋਇਆ ਹੈ। ਅੱਗੇ ਚੱਲ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਆਏ ਨੇ, ਤੌਲ ਧਰਮ ਦਇਆ ਕਾ ਪੂਤ। ਜਿਹੜਾ ਧਰਮ ਧੌਲਾ ਹੈ ਇਹ ਦਇਆ ਦਾ ਪੁੱਤਰ ਹੈ। ਸਾਦਾ ਅਰਥ ਦਇਆ। ਸੰਤੋਖ ਥਾਪ ਰੱਖਿਆ ਜਨਸੂਤ। ਸੰਤੋਖ ਉਹ ਗੁਣ ਹੈ ਜਿਸ ਨੇ ਸਾਰੀ ਮਰਜ਼ਾਦਾ ਨੂੰ ਇੱਕ ਸੂਤਰ ਵਿੱਚ ਪਰੋ ਕੇ ਰੱਖਿਆ ਹੋਇਆ ਹੈ। ਧਰਮ ਦੀ ਮਰਜ਼ਾਦਾ ਸੰਤੋਖ ਤੇ ਖੜੀ ਹੈ। ਇਸੇ ਲਈ ਹਜ਼ੂਰ ਕਹਿੰਦੇ, ਭਾਈ ਜਦੋਂ ਗੁਰੂ ਦੇ ਮੁਖ ਤੋਂ ਨਾਮ ਬਾਣੀ ਨੂੰ ਸਰਵਣ ਕਰੋਗੇ, ਤੁਹਾਨੂੰ ਸਤ ਦਾ ਗੁਣ, ਉਦਾਰਤਾ ਦਾ ਗੁਣ ਪ੍ਰਾਪਤ ਹੋਵੇਗਾ ਤੇ ਨਾਲ ਹੀ ਸੰਤੋਖ ਵੀ ਤੁਹਾਨੂੰ ਪ੍ਰਾਪਤ ਹੋਵੇਗਾ। ਜਥਾ ਲਾਭ ਤਥਾ ਸੰਤੁਸ਼ਟ ਵਾਲੀ ਅਵਸਥਾ ਤੁਹਾਡੀ ਬਣ ਜਾਵੇਗੀ। ਗੁਰੂ ਦਾ ਸਿੱਖ ਐਵੇਂ ਨਹੀਂ ਦਰ ਦਰ ਭਟਕਦਾ ਫਿਰਦਾ, ਠੂਠਾ ਫੜ ਕੇ ਮੰਗਦਾ ਫਿਰਦਾ। ਕਿਰਤ ਕਰਕੇ ਜੋ ਵੀ ਸਤਿਗੁਰੂ ਦੇਵੇ ਤੇ ਉਹਨੂੰ ਵੰਡ ਕੇ ਖਾਂਦਾ, ਮਨ ਵਿੱਚ ਸੰਤੋਖ ਧਾਰਨ ਕਰਦਾ। ਜਦੋਂ ਅਸੀਂ ਆਪਣਾ ਇਤਿਹਾਸ ਪੜ੍ਹਦੇ ਹਾਂ, ਕੁਝ ਐਸੀਆਂ ਉਦਾਹਰਣਾਂ ਮਿਲ ਜਾਂਦੀਆਂ ਨੇ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਵੀ ਜਿਨ੍ਹਾਂ ਨੇ ਗੁਰ ਉਪਦੇਸ਼ ਨੂੰ ਸੁਣਿਆ ਉਹਨਾਂ ਨੂੰ ਕੈਸੀ ਅਵਸਥਾ ਪ੍ਰਾਪਤ ਹੋ ਗਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਇੱਕ ਗੁਰਸਿੱਖ ਸਨ, ਭਾਈ ਸ਼ੀਹਾਂ ਜੀ, ਤੇ ਉਹ ਖਡੂਰ ਪਿੰਡ ਵਿੱਚ ਰਹਿੰਦੇ ਸਨ, ਜਿੱਥੇ ਭਾਈ ਲਹਿਣਾ ਜੀ ਪਹਿਲਾਂ ਆ ਕੇ ਰਹੇ ਸਨ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ
500 ਸਾਲਾ ਅਵਤਾਰ ਪੁਰਬ ਦਿਹਾੜਾ ਖਡੂਰ ਸਾਹਿਬ ਦੀ ਧਰਤੀ ਤੇ ਗੁਰਸਿੱਖ ਸੰਗਤਾਂ ਨੇ ਮਨਾਇਆ। ਇਹ ਖਡੂਰ ਸਾਹਿਬ ਦੀ ਘਟਨਾ ਹੈ ਕਿ ਭਾਈ ਲਹਿਣਾ ਜੀ ਉੱਥੇ ਦੁਕਾਨ ਕਰਦੇ ਸਨ ਤੇ ਭਾਈ ਸ਼ੀਹਾ ਆਪਣੀ ਕਿਰਤ ਕਰਦਾ ਸੀ। ਮਿਹਨਤ ਮਜ਼ਦੂਰੀ ਕਰਕੇ ਉਹ ਆਪਣੇ ਜੀਵਨ ਦਾ ਨਿਰਵਾਹ ਕਰਿਆ ਕਰਦਾ ਸੀ। ਇੱਕ ਦਿਨ ਭਾਈ ਸ਼ੀਹਾ ਮਿਹਨਤ ਮਜ਼ਦੂਰੀ ਕਰਕੇ ਘਰ ਆਇਆ। ਸਿਰਫ ਉਸ ਨੂੰ 3 ਪੈਸੇ ਉਸ ਦਿਨ ਮਿਲੇ। 3 ਪੈਸੇ ਲੈ ਕੇ ਉਹ ਭਾਈ ਲਹਿਣੇ ਦੀ ਦੁਕਾਨ ਤੇ ਚਲਿਆ ਗਿਆ ਤੇ ਭਾਈ ਲਹਿਣੇ ਨੂੰ ਜਾ ਕੇ ਕਹਿਣ ਲੱਗਿਆ, ਭਾਈ ਲਹਿਣਿਆ, ਆ ਮੇਰੇ ਕੋਲ 3 ਪੈਸੇ ਨੇ, ਇਹਦਾ ਮੈਨੂੰ ਸਿੱਧਾ ਦੇ। ਭਾਈ ਲਹਿਣੇ ਨੇ 3 ਪੈਸਿਆਂ ਦਾ ਸਿੱਧਾ 3 ਬੁੱਕ ਆਟੇ ਦੇ ਦਿੱਤੇ। ਉਸ ਤੋਂ ਬਾਅਦ ਭਾਈ ਲਹਿਣੇ ਨੂੰ ਭਾਈ ਸ਼ੀਹੇ ਤੇ ਤਰਸ ਆਇਆ। ਕਹਿਣ ਲੱਗਾ, ਇਹ ਗੁਰੂ ਦਾ ਸਿੱਖ ਹੈ, ਅੱਤ ਦਾ ਗਰੀਬ ਹੈ, ਅੱਜ ਇਸ ਨੂੰ ਮਿਹਨਤ ਮਜ਼ਦੂਰੀ ਵੀ ਘੱਟ ਮਿਲੀ ਹੈ। ਹੁਣ ਜਿਹੜੇ ਮੈਂ 3 ਬੁੱਕ ਆਟੇ ਦੇ ਇਸ ਨੂੰ ਦਿੱਤੇ ਨੇ, ਇਹ ਤੇ ਹੁਣ ਇਹਨਾਂ ਨੇ ਪਕਾ ਕੇ ਖਾ ਲੈਣੇ ਨੇ, ਸਵੇਰ ਨੂੰ ਇਹ ਕੀ ਖਾਣਗੇ? ਇਸ ਲਈ ਕੁਝ ਨਾ ਕੁਝ ਮੈਨੂੰ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ। ਤੇ ਭਾਈ ਲਹਿਣੇ ਨੇ ਇਸ ਗੱਲ ਨੂੰ ਵਿਚਾਰ ਕੇ ਤੇ ਆਪਣੇ ਕੋਲੋਂ 3 ਬੁੱਕ ਆਟੇ ਦੇ ਹੋਰ ਵੀ ਪਾ ਦਿੱਤੇ ਤੇ ਨਾਲ ਹੀ ਕਹਿਣ ਲੱਗਿਆ, ਭਾਈ ਸ਼ੀਆ, ਇਹ 3 ਬੁੱਕ ਹੋਰ ਲੈ ਜਾ ਆਟੇ ਦੇ, ਇਹ ਸਵੇਰੇ ਪ੍ਰਸ਼ਾਦਾ ਬਣਾ ਕੇ ਛਕ ਲੈਣਾ। ਜਦੋਂ ਭਾਈ ਸ਼ੀਹੇ ਨੇ ਇਹ ਗੱਲ ਆਖੀ, ਇਹ ਗੱਲ ਸੁਣੀ, ਤਾਂ ਉਸ ਵੇਲੇ ਕਹਿਣ ਲੱਗਿਆ, ਭਾਈ ਲਹਿਣਿਆ, ਮੈਨੂੰ ਮੇਰੇ ਸਤਿਗੁਰੂ ਦਾ ਹੁਕਮ ਹੈ, ਹੱਕ ਪਰਾਇਆ ਨਾਨਕਾ ਉਹ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ। ਪਰਾਇਆ ਹੱਕ ਨਹੀਂ ਕਦੇ ਭੁੱਲ ਕੇ ਖਾਣਾ। ਇਹ ਜਿਹੜੀ ਮੇਰੀ ਹੱਕ ਦੀ ਕਮਾਈ ਹੈ, 3 ਪੈਸਿਆਂ ਦਾ ਜਿੰਨਾ ਸਿੱਧਾ ਆਉਂਦਾ ਉਹੀ ਮੈਨੂੰ ਦੇ, ਤੇ ਜਿਹੜਾ ਵਾਧੂ ਤੂੰ ਮੇਰੇ ਬੈਗ ਦੇ ਵਿੱਚ, ਮੇਰੀ ਝੋਲੀ ਵਿੱਚ ਆਟਾ ਪਾਇਆ, ਉਹ ਕੱਢ ਲੈ। ਭਾਈ ਲਹਿਣਾ ਹੈਰਾਨ ਹੋਇਆ। ਉਹ ਕਹਿੰਦਾ, ਨਹੀਂ, ਤੂੰ ਲੈ ਜਾ, ਮੈਂ ਖੁਸ਼ੀ ਨਾਲ ਤੈਨੂੰ ਦਿੱਤਾ। ਉਹ ਕਹਿੰਦਾ, ਨਹੀਂ, ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੈਂ ਕੋਈ ਭਿਖਾਰੀ ਨਹੀਂ, ਮੈਂ ਆਪਣਾ ਹੱਕ ਤੇ ਜ਼ਰੂਰ ਲਵਾਂਗਾ, ਪਰ ਮੈਂ ਕਿਸੇ ਤੋਂ ਖੈਰ ਨਹੀਂ ਮੰਗਾਂਗਾ, ਤੂੰ ਆਪਣਾ ਆਟਾ ਵਾਪਸ ਲੈ। ਆਖਿਰ ਜਿੰਨਾ ਆਟਾ ਵਾਧੂ ਪਾਇਆ ਸੀ ਭਾਈ ਸ਼ੀਹੇ ਨੇ ਉਹ ਵਾਪਸ ਮੋੜਿਆ ਤੇ ਆਪਣੇ ਬਾਕੀ 3 ਬੁੱਕ ਆਟੇ ਦੇ ਲੈ ਕੇ ਘਰ ਆ ਗਿਆ। ਭਾਈ ਲਹਿਣੇ ਨੂੰ ਇਸ ਗੱਲ ਨੇ ਟੁੰਬਿਆ ਵੀ ਇਹ ਕਿਹੋ ਜਿਹਾ ਗੁਰੂ ਦਾ ਸਿੱਖ ਹੈ, ਮੈਂ ਚੱਲ ਕੇ ਦੇਖਾਂ ਤਾਂ ਸਹੀ ਇਹਦੇ ਘਰ ਦਾ, ਇਹਦੇ ਪਰਿਵਾਰ ਦਾ ਕਿਹੋ ਜਿਹਾ ਹਾਲ ਚਾਲ ਹੈ। ਭਾਈ ਲਹਿਣਾ ਵੀ ਆਪਣੀ ਦੁਕਾਨ ਬੰਦ ਕਰਕੇ, ਕਿਉਂਕਿ ਕੁਝ ਹਨੇਰਾ ਹੋ ਚੁੱਕਿਆ ਸੀ, ਉਹ ਭਾਈ ਸ਼ੀਹੇ ਦੇ ਮਗਰ ਤੁਰ ਪਿਆ। ਭਾਈ ਸ਼ੀਹਾ ਅੰਦਰ ਚਲਿਆ ਗਿਆ। ਉਸਨੇ ਘਰਵਾਲੀ ਨੂੰ ਜਾ ਕੇ ਆਖਿਆ, ਲੈ ਭਾਗਵਾਨੇ, ਗੁਰੂ ਨਾਨਕ ਨੇ ਅੱਜ 3 ਪੈਸੇ ਦਿੱਤੇ ਸਨ ਤੇ ਹੁਣ ਤੂੰ ਇਹਦਾ ਪ੍ਰਸ਼ਾਦਾ ਤਿਆਰ ਕਰ। ਉਸ ਸਿੱਖਣੀ ਨੇ ਪ੍ਰਸ਼ਾਦਾ ਤਿਆਰ ਕੀਤਾ ਤੇ ਸਿਰਫ 3 ਪ੍ਰਸ਼ਾਦੇ ਉਸਨੇ ਬਣਾਏ। ਜਿੰਨਾ ਸਿੱਧਾ ਸੀ ਉਹਦੇ 3 ਹੀ ਪ੍ਰਸ਼ਾਦੇ ਬਣ ਸਕਦੇ ਸਨ। ਜਦੋਂ 3 ਪ੍ਰਸ਼ਾਦੇ ਬਣਾਏ ਔਰ ਜੋ ਕੁਝ ਘਰ ਦੇ ਵਿੱਚ ਰੁੱਖਾ ਮਿੱਸਾ ਕੋਈ ਅਚਾਰ ਵਗੈਰਾ ਹੋਣਾ ਹੈ ਉਹ ਰੱਖ ਕੇ 2 ਪ੍ਰਸ਼ਾਦੇ ਥਾਲੀ ਵਿੱਚ ਪਰੋਸ ਕੇ ਆਪਣੇ ਪਤੀ ਸ਼ੀਹੇ ਕੋਲ ਲੈ ਆਈ। ਕਹਿਣ ਲੱਗੀ, ਲਓ ਹੁਣ ਤੁਸੀਂ ਛਕੋ ਤੇ ਮੈਂ ਬਾਅਦ ਵਿੱਚ ਛਕ ਲਵਾਂਗੀ। ਭਾਈ ਸ਼ੀਹਾ ਕਹਿਣ ਲੱਗਾ, ਭਾਗਵਾਨੇ, ਪ੍ਰਸ਼ਾਦੇ 3 ਨੇ, ਤੇਰੇ ਕੁਛੜ ਭਚੰਗੀ ਵੀ ਹੈ, ਬੱਚਾ ਵੀ ਹੈ, ਉਹਨੂੰ ਦੁੱਧ ਦੀ ਲੋੜ ਹੈ, ਇਸ ਲਈ ਤੂੰ ਮੈਨੂੰ 1 ਪ੍ਰਸ਼ਾਦਾ ਦੇ ਤੇ ਤੂੰ 2 ਛਕ ਲਵੀਂ, ਕਿਉਂਕਿ ਬੱਚੇ ਨੇ ਵੀ ਦੁੱਧ ਪੀਣਾ ਹੈ। ਉਹ ਆਖੇ, ਨਹੀਂ, ਤੁਸਾਂ ਸਵੇਰੇ ਫੇਰ ਕੰਮ ਤੇ ਜਾਣਾ, ਤੁਸੀਂ 2 ਛਕੋ, ਮੈਂ 1 ਹੀ ਛਕਾਂਗੀ।
ਉਹ ਫਿਰ ਆਖੇ ਨਹੀਂ ਤੂੰ 2 ਛਕ ਤੇ ਮੈਂ 1 ਦੇ ਨਾਲ ਗੁਜ਼ਾਰਾ ਕਰ ਲਵਾਂਗਾ। ਭਾਈ ਲਹਿਣਾ ਬਾਹਰ ਖੜਾ ਸੁਣ ਰਿਹਾ ਸੀ। ਗ੍ਰਸਤੀ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ, ਗੁਰਸਿੱਖਾਂ ਦਾ ਸਾਨੂੰ ਸਿੱਖਿਆ ਮਿਲਦੀ ਹੈ। ਅਖੀਰ ਉਹ ਸਮੇਂ ਤੱਕ ਕੋਈ ਫਕੀਰ ਉਹਨਾਂ ਦੇ ਘਰ ਦੇ ਸਾਹਮਣੇ ਆਇਆ। ਉਸ ਨੇ ਆਵਾਜ਼ ਦਿੱਤੀ, ਉਹ ਗੁਰੂ ਨਾਨਕ ਦਾ ਸਿੱਖਾ, ਮੈਂ ਸਾਰਾ ਪਿੰਡ ਝਾਕ ਕੇ ਤੇਰੇ ਦਰ ਤੇ ਆਇਆ ਹਾਂ। ਕਿਸੇ ਨੇ ਮੈਨੂੰ ਖਾਣ ਲਈ ਕੁਝ ਨਹੀਂ ਦਿੱਤਾ। ਮੈਨੂੰ ਪਤਾ ਹੈ ਗੁਰੂ ਨਾਨਕ ਦੇ ਸਿੱਖ ਆਏ ਗਏ ਕਿਸੇ ਵੀ ਬੰਦੇ ਨੂੰ ਭੁੱਖਾ ਨਹੀਂ ਮੋੜਦੇ, ਇਸ ਲਈ ਤੂੰ ਮੇਰੇ ਤੇ ਤਰਸ ਕਰ, ਮੈਨੂੰ ਕੁਝ ਖਾਣ ਲਈ ਦੇ। ਤੇ ਭਾਈ ਸ਼ੀਹਾਂ ਬੜਾ ਖੁਸ਼ ਹੋਇਆ। ਘਰਵਾਲੀ ਨੂੰ ਕਹਿਣ ਲੱਗਾ, ਭਾਗਵਾਨੇ ਲੈ ਆਪਣਾ ਰੌਲਾ ਮੁੱਕ ਗਿਆ, 1 ਪ੍ਰਸ਼ਾਦਾ ਇਸ ਫਕੀਰ ਨੂੰ ਦੇ ਦੇਣੇ ਆ ਤੇ 1 ਆਪਾਂ ਛਕ ਲਵਾਂਗੇ। ਕਿੰਨਾ ਸੰਤੋਖ ਤੇ ਕਿੰਨਾ ਸਬਰ ਸੀ ਉਹਨਾਂ ਸਿੱਖਾਂ ਦੇ ਮਨ ਵਿੱਚ। ਕਹਿੰਦੇ ਨੇ ਉਹਨਾਂ ਨੇ 1 ਪ੍ਰਸ਼ਾਦਾ ਫਕੀਰ ਨੂੰ ਦਿੱਤਾ ਤੇ ਆਪ ਨਹੀਂ ਹਾਲੇ ਛਕਿਆ, ਬੈਠੇ ਰਹੇ। ਕਿਉਂਕਿ ਸਿੱਖੀ ਦਾ ਅਸੂਲ ਹੈ ਛਕਾ ਕੇ ਛਕਣਾ। ਜੇ ਹੁਣ ਦੂਜਾ ਵਿਚਾਰਾ ਹਾਲੇ ਛਕ ਹੀ ਰਿਹਾ ਹੈ, ਭੁੱਖਾ ਹੈ, ਤੇ ਆਪਾਂ ਪਹਿਲਾਂ ਹੀ ਛਕਣ ਲੱਗ ਪਏ, ਉਹ ਤੇ ਫਿਰ ਭੁੱਖਾ ਹੀ ਰਹੇਗਾ ਨਾ। ਹੁਣ ਜਦੋਂ ਉਸ ਫਕੀਰ ਨੇ ਆ ਕੇ ਦੁਆ ਕੀਤੀ ਵੀ ਗੁਰੂ ਨਾਨਕ ਦੇ ਸਿੱਖਾ ਮੈਨੂੰ ਕੁਝ ਖਾਣ ਲਈ ਦੇ, ਉਹਨੇ ਇੱਕ ਪ੍ਰਸ਼ਾਦਾ ਦੇ ਦਿੱਤਾ। 1 ਪ੍ਰਸ਼ਾਦਾ ਛਕਣ ਤੋਂ ਬਾਅਦ ਫਿਰ ਉਹ ਕਹਿਣ ਲੱਗਾ, ਹਾਲੇ ਮੇਰਾ ਪੇਟ ਭਰਿਆ ਨਹੀਂ, ਹਾਲੇ ਮੇਰਾ ਮਨ ਰੱਜਿਆ ਨਹੀਂ, ਮੈਨੂੰ ਹੋਰ ਚਾਹੀਦਾ ਛਕਣ ਵਾਸਤੇ। ਤੇ ਭਾਈ ਸ਼ੀਹੇ ਨੇ ਜਿਹੜਾ 1 ਪ੍ਰਸ਼ਾਦਾ ਉਹਦੀ ਥਾਲੀ ਵਿੱਚ ਪਿਆ ਸੀ ਉਹ ਚੱਕ ਕੇ ਫਿਰ ਉਸ ਨੂੰ ਦੇ ਦਿੱਤਾ। ਘਰਵਾਲੀ ਨੂੰ ਕਹਿਣ ਲੱਗਾ, ਭਾਗਾਂ ਵਾਲੀ ਆਪਾਂ ਅੱਧਾ ਅੱਧਾ ਹੀ ਖਾ ਲਵਾਂਗੇ, ਆਏ ਫਕੀਰ ਨੂੰ ਭੁੱਖਾ ਨਹੀਂ ਜਾਣ ਦੇਈਦਾ। ਇਹ ਗੁਰੂ ਨਾਨਕ ਦੀ ਸਿੱਖੀ ਸੀ, ਸੁਣਿਆ ਸਤ ਸੰਤੋਖ ਗਿਆਨ। ਹੁਣ ਉਸ ਨੂੰ 2 ਪ੍ਰਸ਼ਾਦੇ ਦੇ ਦਿੱਤੇ। ਉਹ ਤੇ 2 ਪ੍ਰਸ਼ਾਦੇ ਛਕ ਕੇ ਚੱਲਦਾ ਬਣਿਆ। ਤੇ ਭਾਈ ਲਹਿਣੇ ਨੇ ਸਾਰਾ ਦ੍ਰਿਸ਼ ਦੇਖ ਕੇ ਜਾ ਕੇ ਸ਼ੀਹੇ ਦੇ ਚਰਨ ਫੜ ਲਏ। ਕਹਿਣ ਲੱਗਾ, ਭਾਈ ਸ਼ੀਹਾਂ ਧੰਨ ਹੈ ਤੇਰਾ ਗੁਰੂ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ, ਤੇ ਧੰਨ ਤੂੰ ਗੁਰੂ ਦਾ ਸਿੱਖ ਹੈ। ਇੰਨੀ ਗਰੀਬੀ ਤੇ ਇੰਨਾ ਸਬਰ, ਇਹ ਗੁਣ ਉਹਨਾਂ ਨੂੰ ਹੀ ਪ੍ਰਾਪਤ ਹੁੰਦੇ ਨੇ ਜਿਨ੍ਹਾਂ ਨੇ ਗੁਰੂ ਦੇ ਮੁਖ ਤੋਂ ਬਾਣੀ ਨਾਮ ਦਾ ਉਪਦੇਸ਼ ਸੁਣਿਆ ਹੋਵੇ, ਦੂਜੇ ਨੂੰ ਨਹੀਂ ਮਿਲ ਸਕਦੇ। 2 ਮੁਸਲਮਾਨ ਫਕੀਰ ਸਨ। ਇੱਕ ਦਾ ਨਾਮ ਸੀ ਇਬਰਾਹੀਮ ਅਦਮ ਤੇ ਦੂਸਰਾ ਸੀ ਸ਼ਫੀਕ ਵੀ ਇੱਕ ਬਹੁਤ ਪੁੱਜਿਆ ਹੋਇਆ ਦਰਵੇਸ਼ ਸੀ। ਉਹਨੇ ਇਬਰਾਹੀਮ ਨੂੰ ਪੁੱਛਿਆ ਵੀ ਤੁਹਾਡਾ ਗੁਜ਼ਾਰਾ ਕਿਵੇਂ ਚੱਲਦਾ ਹੈ? ਤਾਂ ਇਬਰਾਹੀਮ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗਾ, ਮੈਂ ਇੱਥੇ ਬੈਠ ਕੇ ਰੱਬ ਦੀ ਬੰਦਗੀ ਕਰਦਾ ਹਾਂ, ਜੇ ਨਾ ਮਿਲੇ ਤੇ ਸਬਰ ਕਰਦਾ ਹਾਂ, ਜੇ ਮਿਲ ਜਾਵੇ ਤਾਂ ਸ਼ੁਕਰ ਕਰ ਦੇਣਾ ਹਾਂ ਖੁਦਾ ਦਾ। ਇਹ ਗੱਲ ਸੁਣ ਕੇ ਸ਼ਫੀਕ ਕਹਿਣ ਲੱਗਿਆ, ਇਹ ਤਾਂ ਮੇਰੇ ਗਲੀ ਦੇ ਕੁੱਤੇ ਵੀ ਇਹੀ ਕੁਛ ਕਰਦੇ ਨੇ। ਜੇ ਮਾਲਕ ਟੁਕੜਾ ਪਾ ਦਿੰਦਾ ਤੇ ਪੂਛ ਹਿਲਾਉਂਦੇ ਨੇ, ਉਹਦਾ ਸ਼ੁਕਰ ਕਰਦੇ ਨੇ, ਜੇ ਨਾ ਮਿਲੇ ਤੇ ਸਬਰ ਕਰਕੇ ਬੈਠ ਜਾਂਦੇ ਨੇ। ਤੇਰੇ ਕੰਮ ਦੇ ਵਿੱਚ ਤੇ ਕੁੱਤੇ ਦੇ ਕੰਮ ਦੇ ਵਿੱਚ ਕੋਈ ਫਰਕ ਤੇ ਨਜ਼ਰ ਨਹੀਂ ਆਇਆ। ਅੱਗੋਂ ਇਬਰਾਹੀਮ ਕਹਿਣ ਲੱਗਿਆ, ਸ਼ਫੀਕ ਤੁਸੀਂ ਕੀ ਕਰਦੇ ਹੋ? ਉਹ ਕਹਿਣ ਲੱਗਾ, ਜੇ ਮੈਨੂੰ ਰੱਬ ਦੇ ਦੇਵੇ ਥੋੜਾ ਚਾਹੇ ਬਹੁਤਾ, ਮੈਂ ਵੰਡ ਕੇ ਛਕਦਾ ਹਾਂ, ਤੇ ਜੇ ਨਾ ਮਿਲੇ ਤੇ ਰੱਬ ਦਾ, ਫਿਰ ਮੈਂ ਸਬਰ ਕਰਦਾ ਹਾਂ, ਜੇ ਮਿਲੇ ਤਾਂ ਵੰਡ ਕੇ ਖਾਣਾ ਹਾਂ। ਇਬਰਾਹੀਮ ਨੇ ਅੱਗੇ ਹੋ ਕੇ ਉਹਦੇ ਚਰਨਾਂ ਤੇ ਸਜਦਾ ਕੀਤਾ। ਕਹਿਣ ਲੱਗਾ, ਤੂੰ ਮੇਰੇ ਨਾਲੋਂ ਵੀ ਮਹਾਨ ਹੈ। ਹੁਣ ਜਦੋਂ ਆਪਾਂ ਆਪਣਾ ਪਿਛਲਾ ਇਤਿਹਾਸ ਪੜ੍ਹਦੇ ਹਾਂ, ਜਦੋਂ ਨਾਦਰ ਸ਼ਾਹ ਪੰਜਾਬ ਦੀ ਧਰਤੀ ਤੇ ਆਇਆ, ਲਾਹੌਰ ਵਿੱਚ ਆ ਕੇ ਕੁਝ ਸਮਾਂ ਠਹਿਰਿਆ, ਉੱਥੇ ਜ਼ਕਰੀਆ ਖਾਨ ਨੂੰ ਪੁੱਛਣ ਲੱਗਿਆ ਵੀ ਆਹ ਜਿਹੜੇ ਗੁਰੂ ਨਾਨਕ ਦੇ ਸਿੱਖ ਨੇ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਦਿੱਤਾ ਹੈ, ਤੇ ਜਿਹੜੇ ਬੜੀਆਂ ਮੁਸੀਬਤਾਂ ਝੱਲਦੇ ਹੋਏ ਜ਼ੁਲਮ ਦਾ ਟਾਕਰਾ ਕਰਦੇ ਨੇ, ਕੋਈ ਇਹਨਾਂ ਦੀ ਮੈਨੂੰ ਗੱਲਬਾਤ ਸੁਣਾ।
ਜ਼ਕਰੀਆ ਖਾਨ ਕਹਿਣ ਲੱਗਾ, ਨਾਦਰ ਸ਼ਾਹ, ਮੈਂ ਤੇ ਹੈਰਾਨ ਆ, ਇਹਨਾਂ ਦੇ ਗੁਰੂ ਨੇ ਪਤਾ ਨਹੀਂ ਕਿਸ ਮਿੱਟੀ ਦਾ ਇਹਨਾਂ ਨੂੰ ਬਣਾ ਦਿੱਤਾ ਹੈ। ਕਈ ਦਿਨਾਂ ਦੇ ਭੁੱਖੇ ਹੁੰਦੇ ਨੇ। ਜੇ ਕਿਧਰੇ ਭੁੱਖਿਆਂ ਨੂੰ ਕਿਧਰੇ ਭੋਜਨ ਮਿਲ ਵੀ ਜਾਂਦਾ ਹੈ ਤੇ ਫਿਰ ਉਹੀ ਛਕ ਕੇ ਰੱਬ ਦਾ ਸ਼ੁਕਰ ਕਰਦੇ ਨੇ। ਫਿਰ ਇੱਕ ਇਹਨਾਂ ਦਾ ਬੜਾ ਵਧੀਆ ਅਸੂਲ ਹੈ, ਮੈਂ ਦੇਖਿਆ, ਜਦੋਂ ਕਿਸੇ ਗੁਰਸਿੱਖ ਨੂੰ ਲੰਗਰ ਪ੍ਰਾਪਤ ਹੋ ਜਾਂਦਾ ਹੈ, ਉਹ ਕਦੇ ਇਕੱਲਾ ਨਹੀਂ ਖਾਂਦਾ। ਇਹ ਸਿੱਖੀ ਦਾ ਅਸੂਲ ਹੈ। ਜਦੋਂ ਲੰਗਰ ਤਿਆਰ ਹੋ ਜਾਵੇ ਤੇ ਉਸ ਵੇਲੇ ਉਹ ਉੱਚੀ ਆਵਾਜ਼ ਮਾਰਦੇ ਨੇ ਤੇ ਫਿਰ ਨਗਾਰੇ ਦੀ ਮਰਜ਼ਾਦਾ ਵੀ ਚੱਲੀ, ਨਗਾਰਾ ਵਜਾਉਂਦੇ। ਜਥੇ ਵਿੱਚ ਵੀ ਘੜਿਆਲ ਵੱਜਦੀ ਸੀ ਵੀ ਸਾਰੇ ਆ ਜਾਣ ਛਕਣ ਵਾਸਤੇ। ਜ਼ਕਰੀਆ ਖਾਂ ਕਹਿਣ ਲੱਗਾ ਨਾਦਰ ਸ਼ਾਹ ਨੂੰ, ਕਹਿਣ ਲੱਗਾ, ਉਹ ਨਾਦਰ ਸ਼ਾਹ, ਮੈਂ ਇਹਨਾਂ ਬਾਰੇ ਕੀ ਦੱਸਾਂ। ਜਦੋਂ ਲੰਗਰ ਤਿਆਰ ਹੁੰਦਾ ਹੈ, ਦੇਤ ਆਵਾਜ਼ਾਂ, ਭੁੱਖਾ ਕੋਈ, ਆਓ ਛਕੋ, ਦੇਗ ਗੁਰ ਹੋਈ, ਕਹਿੰਦੇ ਵੀ ਗੁਰੂ ਦਾ ਲੰਗਰ ਤਿਆਰ ਹੋ ਗਿਆ। ਜੇ ਕੋਈ ਭੁੱਖਾ ਸੁਣ ਰਿਹਾ ਹੈ, ਚਾਹੇ ਆਪ ਭੁੱਖੇ ਹੀ ਹੋਣ, ਪਰ ਦੂਜੇ ਨੂੰ ਛਕਾ ਕੇ ਛਕਦੇ ਨੇ। ਔਰ ਇਹਨਾਂ ਵਿੱਚ ਏਡਾ ਵੱਡਾ ਗੁਣ ਹੈ, ਉਹ ਸਮੇਂ ਬੈਰੀ ਕਿਮ ਆਵੈ, ਪਰਮ ਮੀਤ ਸਮ ਤਾਹੇ ਛਕਾਵੇ। ਜੇ ਕੋਈ ਦੁਸ਼ਮਣ ਵੀ ਉਸ ਵੇਲੇ ਆ ਜਾਵੇ ਲੰਗਰ ਦੇ ਸਮੇਂ ਤੇ ਜਿਵੇਂ ਕੋਈ ਮਿੱਤਰਾਂ ਦੀ ਆਓ ਭਗਤ ਕਰਦਾ ਹੈ ਤੇ ਉਹਨੂੰ ਵੀ ਮਿੱਤਰਾਂ ਵਾਂਗੂ, ਜਿਗਰੀ ਦੋਸਤਾਂ ਵਾਂਗੂ ਲੰਗਰ ਛਕਾਉਂਦੇ ਨੇ। ਨਾਦਰ ਸ਼ਾਹ ਹੈਰਾਨ ਹੋ ਕੇ ਪੁੱਛਣ ਲੱਗਿਆ, ਕਹਿੰਦਾ, ਫਿਰ ਆਪ ਕੀ ਕਰਦੇ ਨੇ। ਉਹ ਕਹਿੰਦੇ, ਪੀਛੇ ਬਚੇ तो आप खिलाए हैं, ਨਾਹੇ तो ਲੰਗਰ ਮਸਤ ਬਤਾਏ हैं। ਉਹ ਕਹਿੰਦਾ, ਜੇ ਤੇ ਪਿੱਛੋਂ ਬਚ ਗਿਆ ਤੇ ਛਕ ਲੈਂਦੇ ਨੇ, ਤੇ ਨਹੀਂ ਕਹਿ ਦਿੰਦੇ ਵੀ ਲੰਗਰ ਮਸਤ ਹੋ ਗਿਆ, ਤੇ ਬਸ ਉੱਥੇ ਹੀ ਸਬਰ ਕਰ ਲੈਂਦੇ ਨੇ। ਇਹ ਸੀ ਸਾਡੀ ਸਿੱਖੀ, ਇਹ ਸੀ ਸਾਡੇ ਸਿੱਖੀ ਦੇ ਗੁਣ। ਹਜ਼ੂਰ ਇੱਥੇ ਫਰਮਾਉਂਦੇ ਨੇ, ਸੁਣਿਆ ਸਤ ਸੰਤੋਖ ਗਿਆਨ। ਭਾਈ, ਜਦੋਂ ਅਸੀਂ ਗੁਰੂ ਦੇ ਮੁਖ ਤੋਂ ਸੁਣਦੇ ਹਾਂ ਗੁਰੂ ਉਪਦੇਸ਼ ਨੂੰ, ਤੇ ਆਹ ਗੁਣ ਪ੍ਰਾਪਤ ਹੁੰਦੇ ਨੇ। ਸਤ ਦਾ ਅਰਥ ਹੈ ਦੇਣ ਦਾ ਗੁਣ, ਵੰਡ ਕੇ ਖਾਣ ਦਾ ਗੁਣ, ਤੇ ਨਾਲ ਹੀ ਸੰਤੋਖ, ਤੇ ਨਾਲ ਹੀ ਗਿਆਨ ਵੀ ਪ੍ਰਾਪਤ ਹੋ ਜਾਂਦਾ ਹੈ। ਇਹ ਗੁਰੂ ਦੇ ਮੁਖ ਤੋਂ ਬਾਣੀ, ਕਥਾ, ਉਪਦੇਸ਼ ਸੁਣਨ ਦੇ ਨਾਲ ਸਾਰੇ ਗੁਣ ਪ੍ਰਾਪਤ ਹੁੰਦੇ ਹਨ। ਸੁਣਿਆ 68 ਕਾ ਇਸਨਾਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜਦੋਂ ਗੁਰੂ ਦੇ ਮੁਖ ਤੋਂ ਨਾਮ ਸੁਣਦੇ ਹਾਂ, ਗੁਰਬਾਣੀ ਦਾ ਉਪਦੇਸ਼ ਸੁਣਦੇ ਹਾਂ, ਉਹਦੇ ਨਾਲ ਇੰਨਾ ਇਹ ਉੱਚਾ ਫਲ ਪ੍ਰਾਪਤ ਹੁੰਦਾ ਹੈ। 68 ਕਾ ਇਸ਼ਨਾਨ, ਜਿਵੇਂ ਕੋਈ 68 ਤੀਰਥਾਂ ਦੇ ਵਿੱਚ ਇਸ਼ਨਾਨ ਕਰ ਲਵੇ। ਭਾਵ ਗੁਰੂ ਦਾ ਉਪਦੇਸ਼ ਸੁਣ ਕੇ ਇੰਨੀ ਮਨ ਦੀ, ਜੀਵਨ ਦੀ ਪਵਿੱਤਰਤਾ ਹੋ ਜਾਂਦੀ ਹੈ, ਇਹ ਸਰੀਰ ਵੀ ਤੇ ਮਨ ਵੀ ਨਿਰਵਿਕਾਰ ਹੋ ਜਾਂਦਾ ਹੈ। ਜਿਵੇਂ 68 ਤੀਰਥਾਂ ਵਿੱਚ ਕੋਈ ਇਸ਼ਨਾਨ ਕਰ ਲਵੇ, ਇੰਨਾ ਮਨ ਸ਼ਾਂਤ ਤੇ ਪਵਿੱਤਰ ਹੋ ਜਾਂਦਾ ਹੈ। ਸਤਿਗੁਰੂ ਦੀ ਬਾਣੀ ਦਾ ਮਹਾਤਮ ਹੈ। ਜਦੋਂ ਕੋਈ ਪ੍ਰੇਮ ਦੇ ਨਾਲ ਸਤਿਗੁਰੂ ਦੀ ਬਾਣੀ ਤੇ ਗੁਰੂ ਉਪਦੇਸ਼ ਨੂੰ ਸੁਣਦਾ ਹੈ, ਜਿੱਥੇ ਉਸ ਨੂੰ ਸਤ ਸੰਤੋਖ, ਗਿਆਨ ਆਦਿ ਗੁਣ ਪ੍ਰਾਪਤ ਹੁੰਦੇ ਨੇ, ਉੱਥੇ ਉਹਦਾ ਜੀਵਨ ਇੰਨਾ ਪਵਿੱਤਰ ਹੋ ਜਾਂਦਾ ਹੈ, ਉਹਦਾ ਮਨ ਵੀ ਇੰਨਾ ਪਵਿੱਤਰ ਹੋ ਜਾਂਦਾ ਹੈ, ਜਿਵੇਂ 68 ਤੀਰਥਾਂ ਦੇ ਵਿੱਚ ਇਸ਼ਨਾਨ ਕੀਤਾ ਜਾਵੇ। ਔਰ ਇਹਨਾਂ ਉਹਨਾਂ ਨੂੰ ਬਾਣੀ ਸੁਣ ਕੇ ਫਲ ਪ੍ਰਾਪਤ ਹੁੰਦਾ ਹੈ। ਸੁਣਿਆ ਪੜ ਪੜ ਪਾਵਹਿ ਮਾਨ। ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ, ਗੁਰੂ ਦੇ ਮੁਖ ਤੋਂ ਨਾਮ, ਬਾਣੀ, ਉਪਦੇਸ਼ ਸੁਣਨ ਦੇ ਨਾਲ ਤੇ ਜਿਹੜੇ ਗੁਰਸਿੱਖ ਨੇ ਬਾਣੀ ਪੜ੍ਹਨ ਲੱਗ ਜਾਂਦੇ ਨੇ, ਕਿਉਂਕਿ ਸੁਣ ਕੇ ਹੀ ਤਾਂ ਲਾਗ ਲੱਗਦੀ ਹੈ। ਜਿਹੜਾ ਸੁਣਦਾ ਹੀ ਨਹੀਂ, ਉਹ ਕਦੇ ਬਾਣੀ ਵੀ ਨਹੀਂ ਪੜ੍ਹ ਸਕਦਾ। ਹਜ਼ੂਰ ਕਹਿੰਦੇ, ਸੁਣਿਆ ਪੜ ਪੜ ਪਾਵਹਿ ਮਾਨ। ਜਿਹੜਾ ਭਾਈ ਪਹਿਲਾਂ ਸੰਗਤ ਵਿੱਚ ਆ ਕੇ ਨਾਮ, ਬਾਣੀ ਦਾ ਮਹਾਤਮ ਸੁਣਦਾ ਹੈ, ਤੇ ਫਿਰ ਉਹ ਬਾਣੀ ਆਪ ਪੜ੍ਹਨਾ ਸ਼ੁਰੂ ਕਰ ਦਿੰਦਾ, ਤੇ ਪੜ੍ਹ ਪੜ੍ਹ ਕੇ ਪਾਵਹਿ ਮਾਨ, ਭਾਈ ਫਿਰ ਉਹ ਲੋਕ ਤੇ ਪਰਲੋਕ ਵਿੱਚ ਸਤਿਕਾਰ ਪ੍ਰਾਪਤ ਕਰ ਲੈਂਦਾ ਹੈ। ਸੁਣਿਆ ਲਾਗੈ ਸਹਿਜ ਧਿਆਨ। ਹਜ਼ੂਰ ਕਹਿੰਦੇ ਨੇ, ਜਦੋਂ ਕੋਈ ਗੁਰਸਿੱਖ ਸ਼ਰਧਾ ਨਾਲ, ਭਾਵਨਾ ਦੇ ਨਾਲ, ਭਰੋਸੇ ਦੇ ਨਾਲ ਸਤਿਗੁਰੂ ਦੀ ਬਾਣੀ ਨੂੰ ਸੁਣਦਾ ਹੈ, ਕੀਰਤਨ ਕਥਾ ਨੂੰ ਸੁਣਦਾ ਹੈ, ਨਾਮ ਉਪਦੇਸ਼ ਨੂੰ ਸੁਣਦਾ ਹੈ, ਲਾਗੈ ਸਹਿਜ ਧਿਆਨ,
ਉਹਦਾ ਸਹਿਜ ਆਤਮਕ ਅਡੋਲ ਅਵਸਥਾ ਦੇ ਵਿੱਚ ਧਿਆਨ ਲੱਗ ਜਾਂਦਾ ਹੈ। ਤੁਰਿਆ ਪਦ ਵਿੱਚ ਉਸ ਦੀ ਸੁਰਤ ਪਹੁੰਚ ਜਾਂਦੀ ਹੈ। ਇਹ ਬਾਣੀ ਸੁਣਨ ਦਾ ਮਹਾਤਮ ਹੈ। ਜਦੋਂ ਕਈ ਪ੍ਰੇਮੀ ਪ੍ਰੇਮ ਦੇ ਨਾਲ ਬੈਠ ਕੇ ਸੁਣਦੇ ਨੇ, ਸਮਾਧੀਆਂ ਲੱਗ ਜਾਂਦੀਆਂ ਨੇ, ਸੁਣਿਆ ਲੱਗਾ ਸਹਿਜ ਧਿਆਨ। ਪਰ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸੁਣਿਆ ਹੀ ਇਹ ਸਾਰੀਆਂ ਅਵਸਥਾਵਾਂ ਤੇ ਸਾਰੇ ਫਲ ਪ੍ਰਾਪਤ ਹੁੰਦੇ ਹਨ। ਨਾਨਕ ਭਗਤਾਂ ਸਦਾ ਵਿਗਾਸ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਨਾਮ ਸੁਣਨ ਦੇ ਨਾਲ ਹੀ ਤੇ ਨਾਮ ਜਪਣ ਦਾ ਉਤਸ਼ਾਹ ਪੈਦਾ ਹੁੰਦਾ ਹੈ ਤੇ ਨਾਮ ਜਪ ਕੇ ਭਗਤਾਂ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਤੇ ਭਗਤਾਂ ਦੀ ਅਵਸਥਾ ਕਿਹੋ ਜੀ ਹੁੰਦੀ ਹੈ? ਨਾਨਕ ਭਗਤਾਂ ਸਦਾ ਵਿਗਾਸ। ਉਹਨਾਂ ਭਗਤਾਂ ਨੂੰ ਹਮੇਸ਼ਾ ਲਈ ਖੁਸ਼ੀਆਂ ਤੇ ਖੇੜੇ ਪ੍ਰਾਪਤ ਹੁੰਦੇ ਨੇ। ਚਾਹੇ ਉਹਨਾਂ ਨੂੰ ਭੁੱਖੇ ਰਹਿਣਾ ਪਵੇ, ਪਿਆਸੇ ਰਹਿਣਾ ਪਵੇ, ਤੇ ਚਾਹੇ ਉਹਨਾਂ ਨੂੰ ਕਿੰਨੀ ਵੀ ਮੁਸੀਬਤ ਝੱਲਣੀ ਪਵੇ, ਪਰ ਹਮੇਸ਼ਾ ਲਈ ਖੁਸ਼ੀਆਂ ਤੇ ਖੇੜਿਆਂ ਦੇ ਵਿੱਚ ਹੀ ਰਹਿੰਦੇ ਨੇ। ਇਹ ਉਹਨਾਂ ਦੀ ਅਵਸਥਾ ਹੀ ਐਸੀ ਬਣ ਜਾਂਦੀ ਹੈ। ਸੁਣਿਆ ਦੁਖ ਪਾਪ ਕਾ ਨਾਸ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਗੁਰੂ ਦੇ ਮੁਖ ਤੋਂ ਬਾਣੀ ਉਪਦੇਸ਼ ਨਾਮ ਸੁਣਨ ਦੇ ਨਾਲ ਦੁੱਖਾਂ ਤੇ ਪਾਪਾਂ ਦਾ ਵੀ ਖਾਤਮਾ ਹੋ ਜਾਂਦਾ ਹੈ। ਦੁੱਖ ਤੇ ਪਾਪ ਹੀ ਨੇ ਜਿਹੜੇ ਸਾਨੂੰ ਹਮੇਸ਼ਾ ਲਈ ਪਰੇਸ਼ਾਨ ਕਰਦੇ ਨੇ। ਜਦੋਂ ਅਸੀਂ ਬਾਣੀ ਸੁਣਦੇ ਹਾਂ, ਮਹਾਂਪੁਰਖ ਇਹ ਵੀ ਕਦੇ ਕਦੇ ਬਚਨ ਕਰਦੇ ਸਨ। ਉਹ ਕਹਿੰਦੇ, ਜਿਹੜਾ ਗੁਰਸਿੱਖ ਹਰ ਰੋਜ਼ 5 ਬਾਣੀਆਂ ਦਾ ਸਵੇਰੇ ਜਾਪ ਕਰਦਾ ਹੈ, ਸ਼ਾਮ ਨੂੰ ਰਹਿ ਰਾਤ ਸੌਣ ਲੱਗਿਆਂ ਸੋਹਿਲਾ ਪੜ੍ਹਦਾ ਹੈ, ਇੱਕ ਦਿਨ ਦੇ ਪੂਰੇ ਨਿਤਨੇਮ ਕਰਨ ਦੇ ਨਾਲ 100 ਪਿਛਲੇ ਜਨਮਾਂ ਦੇ ਪਾਪ ਕੱਟੇ ਜਾਂਦੇ ਹਨ। ਇਹ ਬਾਣੀ ਦਾ ਮਹਾਤਮ ਹੈ। ਸੁਣਿਆ ਦੁਖ ਪਾਪ ਕਾ ਨਾਸ। ਜਿਹੜੇ ਵੱਡੇ ਵੱਡੇ ਦੁੱਖ ਨੇ ਹੋਰ ਕਿਸੇ ਤਰ੍ਹਾਂ ਵੀ ਦੂਰ ਨਹੀਂ ਹੁੰਦੇ, ਤੇ ਤੁਸੀਂ ਬਾਣੀ ਦੀ ਓਟ ਲੈ ਲਓ। ਸੁਣਿਆ ਦੁਖ ਪਾਪ ਕਾ ਨਾਸ। ਬਾਣੀ ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਸੁਣਿਆ ਸਰਾ ਗੁਣਾ ਕੇ ਗਾਹ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ 11ਵੀਂ ਪੌੜੀ ਵਿੱਚ ਫਰਮਾਉਂਦੇ ਹਨ, ਗੁਰਮੁਖੋ, ਜਿਹੜਾ ਗੁਰੂ ਦੇ ਮੁਖ ਤੋਂ ਨਾਮ ਸੁਣਦਾ ਹੈ ਤੇ ਫਿਰ ਉਹਨੂੰ ਹੋਰ ਕੀ ਲਾਭ ਪ੍ਰਾਪਤ ਹੁੰਦੇ ਨੇ? ਸਰਾ ਗੁਣਾ ਕੇ ਗਾਹ। ਇਹ 99 ਕਰਕੇ ਅਰਥ ਲੱਗੇਗਾ। ਗੁਰੂ ਦੇ ਮੁਖ ਤੋਂ ਨਾਮ ਸੁਣਨ ਦੇ ਨਾਲ ਸਰਾ ਗੁਣਾ ਕੇ ਗਾਹ। ਜਿਹੜੇ ਗੁਣਾ ਦੇ ਸਰਾ ਦਾ ਅਰਥ ਹੈ ਸਮੁੰਦਰ। ਗੁਣਾ ਦੇ ਸਮੁੰਦਰ ਨੇ, ਗਾਹ ਉਹਨਾਂ ਨੂੰ ਵੀ ਗਾਹ ਲਈਦਾ। ਇਹਦਾ ਮਤਲਬ ਇਹ ਹੈ, ਜਿਵੇਂ ਜਿਵੇਂ ਅਸੀਂ ਗੁਰਬਾਣੀ ਨੂੰ ਧਿਆਨ ਦੇ ਨਾਲ ਸੁਣਦੇ ਹਾਂ ਤੇ ਗੁਣਾਂ ਦਾ ਸਮੁੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਬਾਕੀ ਤੇ ਸਭ ਉਸਦੇ ਬਖਸ਼ੇ ਹੋਏ ਗੁਣ ਹਨ। ਗੁਣਾਂ ਦਾ ਭੰਡਾਰ ਤੇ ਅਕਾਲ ਪੁਰਖ ਹੀ ਹੈ। ਸਭ ਗੁਣ ਕਿਛ ਹੀ ਨਾਹੀਂ, ਹਰਪੂਰ ਭੰਡਾਰੀ ਹੈ। ਜਦੋਂ ਅਸੀਂ ਗੁਰੂ ਦੇ ਮੁਖ ਤੋਂ ਨਾਮ ਸੁਣਦੇ ਹਾਂ, ਗੁਣਾਂ ਦੇ ਸਾਰ ਸਮੁੰਦਰ ਅਕਾਲ ਪੁਰਖ ਵਾਹਿਗੁਰੂ ਦਾ ਵੀ ਗਾਹ ਦਾ ਅਰਥ ਹੈ ਗਾਹ ਪਾ ਲਈਦਾ। ਇਹਦਾ ਮਤਲਬ ਵਾਹਿਗੁਰੂ ਦੇ ਗੁਣਾਂ ਦੀ ਵੀ ਸਮਝ ਪ੍ਰਾਪਤ ਹੋ ਜਾਂਦੀ ਹੈ। ਗੁਰਬਾਣੀ ਸੁਣਦਿਆਂ ਸੁਣਦਿਆਂ ਵਾਹਿਗੁਰੂ ਦੇ ਗੁਣਾਂ ਦਾ ਵੀ ਗਾਹ ਪਾ ਲਈਦਾ। ਗੁਣਾਂ ਦਾ ਵੀ ਗਿਆਨ ਪ੍ਰਾਪਤ ਹੋ ਜਾਂਦਾ ਵੀ ਵਾਹਿਗੁਰੂ ਵਿੱਚ ਕਿੰਨੇ ਗੁਣ ਨੇ, ਉਹ ਵਾਹਿਗੁਰੂ ਕੈਸਾ ਹੈ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇਖਾਰੀ ਜੀਓ। ਮੈਂ ਕਿਆ ਮੰਗੋ ਕੁਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਵਾਹਿਗੁਰੂ ਦੇ ਗੁਣ ਬੇਅੰਤ ਨੇ। ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕਰ ਊਚ ਭਗਵਾਨਾ। ਵਾਹਿਗੁਰੂ ਦੇ ਬੇਅੰਤ ਗੁਣ ਨੇ। ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਬਾਰ ਗਨੀਮਨ ਗਾਰੈ। ਪਛ ਪਸ਼ੂ ਨਗ ਨਾਗ ਨਿਰਾਧਵ, ਸਰਬ ਸਮੈ ਸਭ ਕੋ ਪ੍ਰਤਪਾਰੈ। पोखत है जल में थल में पल में कल के नी कर्म विचारै। दीन दयाल दया निध दोखन देखत है पर देत ना हरै। ਜਿਹੜੇ ਐਸੇ ਵਾਹਿਗੁਰੂ ਦੇ ਬੇਅੰਤ ਗੁਣ ਨੇ ਉਹਨਾਂ ਨੂੰ ਵੀ ਗਾ ਲਈਦਾ, ਉਹਨਾਂ ਦਾ ਵੀ ਪਤਾ ਲੱਗ ਜਾਂਦਾ ਹੈ। ਅਥਵਾ ਸੁਣਿਆ ਸਰਾ ਗੁਣਾ ਕੀ ਗਾਹ। ਗੁਰੂ ਦੇ ਮੁਖ ਤੋਂ ਨਾਮ ਬਾਣੀ ਉਪਦੇਸ਼ ਸੁਣਨ ਦੇ ਨਾਲ ਸਰਾ ਗੁਣਾ ਕੇ ਗਾਹ, ਸ੍ਰੇਸ਼ਟ ਗੁਣਾ ਦੇ ਵੀ ਗਾਹ ਦਾ ਅਰਥ ਹੈ ਸਾਗਰ ਬਣ ਜਾਈਦਾ। ਗੁਰੂ ਦੇ ਮੁਖ ਤੋਂ ਬਾਣੀ ਸੁਣ ਕੇ ਨਾਮ ਸੁਣ ਕੇ ਸ੍ਰੇਸ਼ਟ ਗੁਣਾ ਨੂੰ
ਹੌਲੀ ਹੌਲੀ ਧਾਰਨ ਕਰਦਿਆਂ ਕਰਦਿਆਂ ਗੁਣਾਂ ਦੇ ਸਮੁੰਦਰ ਬਣ ਜਾਈਦਾ ਹੈ। ਸੁਣਿਆ ਸੇਖ ਪੀਰ ਪਾਤਸ਼ਾਹ। ਲਓ ਹਜ਼ੂਰ ਕਹਿੰਦੇ ਨੇ ਭਾਈ ਗੁਰੂ ਦੇ ਮੁਖ ਤੋਂ ਨਾਮ ਉਪਦੇਸ਼ ਨੂੰ ਸਰਵਣ ਕਰਨ ਦੇ ਨਾਲ ਜਿਹੜੀ ਸ਼ੇਖ ਇੱਕ ਮੁਸਲਮਾਨਾਂ ਦੀ ਬਿਰਧ ਜਾਤੀ ਹੈ, ਜਿਵੇਂ ਸ਼ੇਖ ਫਰੀਦ ਜੀ, ਉਹਨਾਂ ਦਾ ਬੜਾ ਹੀ ਸਤਿਕਾਰ ਸੀ। ਤੇ ਜਿਹੜੇ ਪੀਰ ਕਰਾਮਾਤੀ ਲੋਕ ਨੇ ਤੇ ਪਾਤਸ਼ਾਹ ਨੇ, ਉਹਨਾਂ ਵਰਗੀ ਮਾਨ ਵਡਿਆਈ ਪ੍ਰਤਿਸ਼ਠਾ ਹਾਸਲ ਹੋ ਜਾਂਦੀ ਹੈ। ਜਿਹੜਾ ਗੁਰੂ ਦੇ ਮੁਖ ਤੋਂ ਨਾਮ ਸੁਣਦਾ ਹੈ ਉਹਨੂੰ ਸ਼ੇਖ ਫਰੀਦ ਜੀ ਵਰਗੀ ਉੱਚੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਤੇ ਜਿਹੜੇ ਬੜੇ ਬੜੇ ਪੀਰ ਨੇ, ਸਾਈਂ ਮੀਆਂ ਮੀਰ ਵਰਗੇ, ਪੀਰ ਬੁੱਧੂ ਸ਼ਾਹ ਵਰਗੇ, ਉਹਨਾਂ ਵਰਗੀ ਸਰਬਗਤਾ ਵੀ ਤੇ ਅਜ਼ਮਤ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਤੇ ਬੜੇ ਬੜੇ ਪਾਤਸ਼ਾਹਾਂ ਦੀ ਪਦਵੀ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ, ਜਿਹੜੇ ਗੁਰੂ ਦੀ ਬਾਣੀ ਨੂੰ ਸੁਣਦੇ ਨੇ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਕਈ ਗੱਲਾਂ ਦਾ ਸਾਨੂੰ ਪਤਾ ਲੱਗਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਹਾਤੀ ਇਲਾਕੇ ਵਿੱਚ ਵਿਚਰ ਰਹੇ ਸਨ। ਕਿਸੇ ਜ਼ਿਮੀਂਦਾਰ ਦਾ ਖੇਤ ਸੀ ਔਰ ਉਸ ਖੇਤ ਦੇ ਵਿੱਚ ਇੱਕ ਦਰਖਤ ਦੇ ਹੇਠਾਂ ਬੈਠ ਗਏ ਔਰ ਉਸ ਖੇਤ ਦਾ ਮਾਲਕ ਕਿਸ਼ੋਰ ਅਵਸਥਾ ਦਾ ਇੱਕ ਨੌਜਵਾਨ ਸੀ, ਜਿਸ ਦੀ ਉਮਰ 14-15 ਸਾਲ ਦੇ ਕਰੀਬ ਹੋਵੇਗੀ। ਔਰ ਉਹ ਨੌਜਵਾਨ ਆਪਣੇ ਖੇਤ ਆਇਆ। ਉਸਨੇ ਵੇਖਿਆ ਵੀ ਇੱਥੇ ਤੇ ਕੋਈ ਮਹਾਂਪੁਰਖ ਆਏ ਬੈਠੇ ਨੇ। ਉਸਨੇ ਆਪਣੇ ਖੇਤ ਵਿੱਚੋਂ ਕੁਝ ਛੋਲਿਆਂ ਦੇ ਬੂਟੇ ਪੱਟੇ ਤੇ ਹੋਲਾਂ ਭੁੰਨ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਲਿਜਾ ਕੇ ਛਕਾਈਆਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਬਾਲਕ ਦਾ ਪ੍ਰੇਮ ਦੇਖ ਕੇ ਬੜੇ ਪ੍ਰਸੰਨ ਹੋਏ। ਕਹਿਣ ਲੱਗਾ, ਸੱਚੇ ਪਾਤਸ਼ਾਹ ਹੁਕਮ ਕਰੋ, ਮੈਂ ਤੁਹਾਡੇ ਲਈ ਘਰੋਂ ਬਿਸਤਰਾ, ਕੋਈ ਰਜਾਈ ਤੁਲਾਈ ਲੈ ਆਵਾਂ ਤੇ ਤੁਹਾਡੇ ਲਈ ਸੋਹਣਾ ਭੋਜਨ ਪਕਵਾਨ ਤਿਆਰ ਕਰਕੇ ਲੈ ਆਵਾਂ। ਸਤਿਗੁਰੂ ਦੇ ਪ੍ਰੇਮ ਨੂੰ ਤੱਕ ਕੇ ਕਹਿਣ ਲੱਗੇ, ਸੱਥਰ ਤੇਰਾ ਲੇਪ ਨਿਹਾਲੀ, ਆਓ ਤੇਰਾ ਪਕਵਾਨ, ਨਾਨਕ ਸਿਫਤੀ ਰਜਿਆ ਆਓ ਬਹੁ ਸੁਲਤਾਨ। ਜਦੋਂ ਸੁਲਤਾਨ ਸ਼ਬਦ ਆਖਿਆ, ਸੁਲਤਾਨ ਅਰਬੀ ਵਿੱਚ ਪਾਤਸ਼ਾਹ ਨੂੰ ਕਹਿੰਦੇ ਨੇ। ਸੁਣਿਆ ਸੇਖ ਪੀਰ ਪਾਤਸ਼ਾਹ, ਬੱਚਾ ਹੈਰਾਨ ਹੋਇਆ। ਸਤਿਗੁਰੂ ਨੇ ਕਿਹਾ, ਨਹੀਂ ਤੂੰ ਘਰ ਨਹੀਂ ਜਾਣਾ, ਪਰ ਇੱਥੇ ਹੀ ਸਾਡੇ ਕੋਲ ਰਾਤ ਰਹਿਣਾ। ਇਹਨੇ ਗੁਰੂ ਦਾ ਬਚਨ ਮੰਨਿਆ, ਸਤਿਗੁਰੂ ਦੇ ਕੋਲ ਹੀ ਰਿਹਾ। ਜਦੋਂ ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਕਹਿਣ ਲੱਗੀ, ਅੱਛਾ ਹੁਣ ਜਾ। ਹੁਣ ਉਹ ਰਾਤ ਜਿਸ ਦਿਨ ਸਤਿਗੁਰੂ ਮਹਾਰਾਜ ਉੱਥੇ ਜਾ ਕੇ ਰਹੇ, ਜਿਹੜਾ ਉਸ ਦੇਸ਼ ਦਾ ਰਾਜਾ ਸੀ ਉਹ ਚੜ੍ਹਾਈ ਕਰ ਗਿਆ ਔਰ ਉਹਦੇ ਘਰ ਦੇ ਵਿੱਚ ਕੋਈ ਔਲਾਦ ਵੀ ਨਹੀਂ ਸੀ ਜਿਸ ਨੂੰ ਉਹ ਰਾਜ ਗੱਦੀ ਮਿਲ ਜਾਂਦੀ। ਕੋਈ ਹੋਰ ਵੀ ਉਹਦਾ ਨੇੜਿਓਂ ਤੇੜਿਓਂ ਕਰੀਬੀ ਰਿਸ਼ਤੇਦਾਰ ਵੀ ਨਹੀਂ ਸੀ ਜਿਸ ਨੂੰ ਉਹ ਰਾਜ ਭਾਗ ਦੇ ਦਿੰਦੇ। ਵਜ਼ੀਰ ਬੜੇ ਇਮਾਨਦਾਰ ਤੇ ਬੜੀ ਧਰਮੀ ਸਨ। ਉਹਨਾਂ ਆਖਿਆ, ਹੁਣ ਕੀ ਕੀਤਾ ਜਾਵੇ। ਉਹਨਾਂ ਨੇ ਬੈਠ ਕੇ ਸਲਾਹ ਕੀਤੀ ਵੀ ਆਪਾਂ ਇਉਂ ਕਰਾਂਗੇ, ਅੰਮ੍ਰਿਤ ਵੇਲੇ ਉੱਠ ਕੇ ਤੇ ਆਪਾਂ ਸਾਰੇ ਇਕੱਠੇ ਹੋ ਕੇ ਅਰਦਾਸ ਕਰਾਂਗੇ ਤੇ ਅਰਦਾਸ ਕਰਨ ਤੋਂ ਬਾਅਦ ਆਪਾਂ ਪੂਰਬ ਵਾਲੇ ਪਾਸੇ ਜਾ ਕੇ ਜਿਹੜਾ ਮੇਨ ਦਰਵਾਜ਼ਾ ਹੈ ਉਹਨੂੰ ਖੋਲਾਂਗੇ ਤੇ ਜਿਹੜਾ ਵੀ ਪਹਿਲਾ ਮਨੁੱਖ ਸਾਨੂੰ ਅੱਗੋਂ ਮਿਲ ਪਿਆ ਤੇ ਅਸੀਂ ਇਹ ਸਮਝਾਂਗੇ ਵੀ ਇਸ ਨੂੰ ਅਕਾਲ ਪੁਰਖ ਨੇ ਸਾਡੇ ਲਈ ਰਾਜਾ ਬਣਾ ਕੇ ਭੇਜਿਆ, ਆਪਾਂ ਉਹਨੂੰ ਰਾਜ ਦਾ ਤਿਲਕ ਦੇ ਦੇਣਾ। ਔਰ ਉਹ ਐਨ ਜਦੋਂ ਪੂਰਾ ਢੁਕਵਾਂ ਸਮਾਂ ਆਇਆ ਤੇ ਗੁਰੂ ਮਹਾਰਾਜ ਨੇ ਉਸ ਪਚੰਗੀ ਨੂੰ ਆਖਿਆ, ਉਸ ਨੌਜਵਾਨ ਨੂੰ ਆਖਿਆ, ਭਾਈ ਹੁਣ ਤੂੰ ਜਾ, ਹੁਣ ਤੇਰਾ ਸਮਾਂ ਆ ਗਿਆ। ਉਧਰੋਂ ਵਜ਼ੀਰ ਆ ਗਏ, ਉਧਰੋਂ ਇਹ ਨੌਜਵਾਨ ਚਲਿਆ ਗਿਆ ਤੇ ਜਦੋਂ ਜਾ ਕੇ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਇਹ ਅੱਗੋਂ ਜਾ ਕੇ ਮਿਲਿਆ। ਬੜੇ ਖੁਸ਼ ਹੋਏ ਕਿਉਂਕਿ ਬੜਾ ਇਹ ਹੋਣਹਾਰ, ਇਮਾਨਦਾਰ ਤੇ ਬਹੁਤ ਚੰਗੇ ਸੁਭਾਅ ਵਾਲਾ ਇਹ ਨੌਜਵਾਨ ਸੀ। ਤੇ ਉਸੇ ਵੇਲੇ ਇਸ ਨੂੰ ਉਹਨਾਂ ਨੇ ਰਾਜ ਦਾ ਤਿਲਕ ਦੇ ਦਿੱਤਾ ਤੇ ਉਸ ਨੂੰ ਰਾਜਾ ਬਣਾ ਦਿੱਤਾ। ਉਹ ਬੜਾ ਹੈਰਾਨ ਹੋਇਆ। ਉਸ ਤੋਂ ਬਾਅਦ ਉਹਨੂੰ ਇਸ ਗੱਲ ਦਾ ਪਤਾ ਲੱਗਿਆ ਬਈ ਇਹ ਤੇ ਸਾਰੀ ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨਾਂ ਦੀ ਸੇਵਾ ਦੀ ਕਰਾਮਾਤ ਹੈ। ਮੈਂ ਉਹਨਾਂ ਦੇ ਮੂੰਹੋਂ ਇਹ ਬਚਨ ਸੁਣੇ ਸਨ, ਆਓ ਬਹੁ ਸੁਲਤਾਨ, ਤੇ ਅੱਜ ਮੈਨੂੰ ਸੁਲਤਾਨ ਬਣਾ ਦਿੱਤਾ ਗਿਆ ਹੈ। ਮੈਂ ਸਮਰਾਟ ਬਣ ਗਿਆ ਹਾਂ, ਮੈਂ ਰਾਜਾ ਬਣ ਗਿਆ, ਮੇਰੇ ਗੁਰੂ ਨਾਨਕ ਦੀ ਕਿਰਪਾ ਹੈ। ਰਾਜ ਗੱਦੀ ਤੇ ਬਹਿਣ ਤੋਂ ਪਹਿਲਾਂ
ਉਹ ਨੌਜਵਾਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਿਆ। ਨਾਲ ਵਜ਼ੀਰ ਵੀ ਆਏ, ਹੋਰ ਵੀ ਲੋਕ ਆਏ ਤੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਪਹਿਲਾਂ ਤੁਸੀਂ ਚਰਨ ਪਾਓ, ਮੈਨੂੰ ਆਸ਼ੀਰਵਾਦ ਦਿਓ ਤੇ ਫਿਰ ਮੈਂ ਰਾਜ ਦੀ ਗੱਦੀ ਉੱਤੇ ਬੈਠ ਕੇ ਰਾਜ ਕਰਾਂਗਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਨੌਜਵਾਨ ਦੀ ਭਾਵਨਾ ਵੇਖਦਿਆਂ ਹੋਇਆਂ ਉਹਦੇ ਨਾਲ ਰਾਜੇ ਦੇ ਮਹਿਲਾਂ ਵਿੱਚ ਚਰਨ ਵੀ ਪਾਏ ਤੇ ਨਾਲ ਉਸ ਨੂੰ ਉਪਦੇਸ਼ ਵੀ ਦਿੱਤਾ, ਬਈ ਤੂੰ ਧਰਮ ਦਾ ਰਾਜ ਕਰਨਾ, ਜ਼ੁਲਮ ਨਹੀਂ ਕਰਨਾ। ਤਪੋਂ ਰਾਜ ਰਾਜੋਂ ਨਰਕ ਵਾਲੀ ਗੱਲ ਵੀ ਹੋ ਜਾਂਦੀ ਹੈ। ਇਹ ਸਾਰੀਆਂ ਗੱਲਾਂ ਸਮਝਾ ਕੇ ਧਰਮ ਦੇ ਰਾਜ ਦੀਆਂ, ਧਰਮ ਦੀ ਰਾਜਨੀਤੀ ਦੀਆਂ, ਤੇ ਗੁਰੂ ਮਹਾਰਾਜ ਨੇ ਇਸ ਨੂੰ ਰਾਜਾ ਥਾਪਿਆ। ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਗੁਰੂ ਦੇ ਮੁਖ ਤੋਂ ਨਾਮ ਬਾਣੀ ਨੂੰ ਸੁਣਦਾ ਹੈ ਤੇ ਉਹਨੂੰ ਇਹ ਪਦਵੀਆਂ ਪ੍ਰਾਪਤ ਹੁੰਦੀਆਂ ਨੇ। ਉਹ ਸ਼ੇਖ ਫਰੀਦ ਵਰਗਾ ਮਹਾਂਪੁਰਖ ਬਣ ਜਾਂਦਾ ਹੈ, ਪੀਰਾਂ ਵਰਗਾ ਪੀਰ ਕਰਾਮਾਤੀ ਬਣ ਜਾਂਦਾ ਹੈ ਤੇ ਦੁਨੀਆ ਦੇ ਪਾਤਸ਼ਾਹਾਂ ਵਰਗਾ ਪਾਤਸ਼ਾਹ ਵੀ ਬਣ ਜਾਂਦਾ ਹੈ। ਇਹ ਗੁਰੂ ਦੀ ਬਾਣੀ ਸੁਣ ਕੇ ਸਾਰੇ ਫਲ ਪ੍ਰਾਪਤ ਹੋ ਜਾਂਦੇ ਹਨ। ਸੁਣਿਆ ਅੰਧੇ ਪਾਵੈ ਰਾਹ। ਹਜ਼ੂਰ ਕਹਿੰਦੇ ਨੇ, ਭਾਈ ਗੁਰੂ ਦੇ ਮੁਖ ਤੋਂ ਨਾਮ ਬਾਣੀ ਨੂੰ ਸੁਣ ਕੇ ਜਿਹੜੇ ਅੰਨੇ ਨੇ ਉਹ ਵੀ ਰਾਹ ਪ੍ਰਾਪਤ ਕਰ ਲੈਂਦੇ ਨੇ। ਅੰਨੇ ਤੋਂ ਮੁਰਾਦ ਸਤਿਗੁਰੂ ਨੇ ਬਾਣੀ ਵਿੱਚ ਇਸ ਗੱਲ ਦਾ ਫੈਸਲਾ ਕੀਤਾ ਹੈ, ਅੰਧੇ ਇਹ ਨਾ ਆਖੀਆਂ ਜਨਮ ਖਲੋਇਣ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮੋਂ ਕੁੱਥੇ ਜਾਹੇ। ਜਿਨ੍ਹਾਂ ਨੂੰ ਕੇਵਲ ਸੰਸਾਰ ਹੀ ਦਿਸਦਾ ਹੈ ਤੇ ਕਰਤਾਰ ਨਹੀਂ ਦਿਸਦਾ, ਉਹ ਅੰਨੇ ਨੇ। ਜਿਨ੍ਹਾਂ ਨੂੰ ਕੇਵਲ ਇਹ ਦੁਨੀਆ ਹੀ ਦਿਸਦੀ ਹੈ ਤੇ ਰੱਬੀ ਦਰਗਾਹ ਤੇ ਯਕੀਨ ਨਹੀਂ, ਉਹ ਅੰਨੇ ਹੀ ਹਨ। ਹਜ਼ੂਰ ਕਹਿੰਦੇ ਨੇ, ਜਦੋਂ ਕੋਈ ਗੁਰਸਿੱਖ ਮਾਈ ਭਾਈ ਸੰਗਤ ਵਿੱਚ ਆ ਜਾਂਦਾ ਹੈ, ਗੁਰੂ ਦੀ ਬਾਣੀ ਨੂੰ ਸੁਣਦਾ ਹੈ, ਚਾਹੇ ਉਹ ਅੰਨਾ ਵੀ ਹੈ ਮਾਨਸਿਕ ਤੌਰ ਤੇ, ਪਰ ਬਾਣੀ ਸੁਣ ਕੇ ਪਾਵਹਿ ਰਾਹੋ, ਉਹਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਲੱਭ ਜਾਂਦਾ ਹੈ। ਉਹ ਸਿੱਖੀ ਨੂੰ ਧਾਰਨ ਕਰ ਲੈਂਦਾ ਹੈ, ਉਹ ਬਾਣੀ ਪੜ੍ਹਨ ਲੱਗ ਜਾਂਦਾ ਹੈ, ਉਹ ਸਿਮਰਨ ਦੇ ਵਿੱਚ ਜੁੜ ਜਾਂਦਾ ਹੈ ਤੇ ਇਸ ਢੰਗ ਦੇ ਨਾਲ ਉਸ ਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਲੱਭ ਜਾਂਦਾ ਹੈ। ਸੁਣਿਆ ਹਾਥ ਹੋਵੇ ਅਸਗਾ। ਲੋ ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਦੀ ਬਾਣੀ ਨੂੰ ਸੁਣਦਾ ਹੈ ਤੇ ਬਾਣੀ ਦਾ ਏਡਾ ਵੱਡਾ ਮਹਾਤਮ ਹੈ ਅਸਗਾਹੋ, ਜਿਹੜਾ ਬਹੁਤ ਡੂੰਘਾ ਵੀ ਕੋਈ ਦਰਿਆ ਜਾਂ ਸਮੁੰਦਰ ਹੁੰਦਾ ਹੈ ਤੇ ਉਹਦੀ ਵੀ ਹਾਥ ਹੋ ਜਾਂਦੀ, ਉਹਦੀ ਵੀ ਹਾਥ ਪੈ ਜਾਂਦੀ ਹੈ। ਬਾਣੀ ਸੁਣਨ ਦੇ ਨਾਲ ਸਮੁੰਦਰ ਵੀ, ਗਹਿਰੇ ਸਮੁੰਦਰ ਵੀ, ਉਹ ਵੀ ਰਸਤਾ ਦੇ ਦਿੰਦੇ ਨੇ। ਐਸੀ ਹੀ ਸਾਖੀ ਇੱਕ ਵਾਰ ਆਉਂਦੀ ਹੈ। ਕਹਿੰਦੇ ਨੇ, ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਜਿਹੜੇ ਜਰਨੈਲ ਸਨ ਉਹਨਾਂ ਦੇ ਨਾਲ ਸਲਾਹ ਕੀਤੀ, ਬਈ ਇੱਧਰ ਮੁਲਤਾਨ ਦੇ ਇਲਾਕੇ ਦੇ ਵਿੱਚ ਕੁਝ ਪਠਾਣਾਂ ਨੇ ਬਗਾਵਤ ਕਰ ਦਿੱਤੀ ਹੈ ਔਰ ਉਹਨਾਂ ਨੂੰ ਫੌਰੀ ਤੌਰ ਤੇ ਜਾ ਕੇ ਦਬਾਉਣਾ ਚਾਹੀਦਾ ਹੈ। ਤੇ ਉਸ ਵੇਲੇ ਸਾਰੀ ਫੌਜ ਨੂੰ ਹੁਕਮ ਕੀਤਾ ਗਿਆ, ਅਕਾਲੀ ਫੂਲਾ ਸਿੰਘ ਜਰਨੈਲ ਦੀ ਆਗਿਆ ਦੇ ਵਿੱਚ, ਵੀ ਇਹਨੂੰ ਉੱਥੇ ਭੇਜਿਆ ਜਾਵੇ। ਔਰ ਕਹਿੰਦੇ ਨੇ, ਜਦੋਂ ਅਟਕ ਦਰਿਆ ਤੇ ਫੌਜ ਪਹੁੰਚ ਗਈ, ਉਹਦੇ ਵਿੱਚ ਇੰਨਾ ਡੂੰਘਾ ਤੇ ਤੇਜ਼ ਪਾਣੀ ਵਗ ਰਿਹਾ ਸੀ ਤੇ ਜਿਹੜੇ ਜਰਨੈਲ ਸਨ ਉਹ ਕਹਿਣ ਲੱਗੇ, ਤੇ ਅਣਿਆਈ ਮੌਤੇ ਮਰਨ ਵਾਲੀ ਗੱਲ ਹੈ। ਉਧਰੋਂ ਹੁਣ ਉਹ ਬਗਾਵਤ ਕਰੀ ਜਾ ਰਹੇ ਸਨ ਤੇ ਫਿਰ ਭਾਈ ਮਹਾਰਾਜਾ ਰਣਜੀਤ ਸਿੰਘ, ਇੱਕ ਨਾਮ ਬਾਣੀ ਦੇ ਰਸੀਏ ਮਹਾਂਪੁਰਖ ਬਾਬਾ ਵੀਰ ਸਿੰਘ ਜੀ ਨੌਰੰਗਾਬਾਦੀਏ ਹੋਏ ਨੇ, ਉਹ ਵੀ ਨਾਲ ਹੀ ਸਨ। ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ, ਮਹਾਰਾਜ ਆਹ ਹੁਣ ਦਿੱਕਤ ਆ ਗਈ ਹੈ, ਹੁਣ ਦੱਸੋ ਕੀ ਕੀਤਾ ਜਾਵੇ। ਤੇ ਉਸ ਵੇਲੇ ਬਾਬਾ ਵੀਰ ਸਿੰਘ ਜੀ ਕਹਿਣ ਲੱਗੇ, ਅੱਛਾ ਇਉਂ ਕਰੋ ਵੀ ਅਸੀਂ ਆਪਣਾ ਹਾਥੀ ਦਰਿਆ ਦੇ ਵਿੱਚ ਪ੍ਰਵੇਸ਼ ਕਰਦੇ ਹਾਂ ਔਰ ਉੱਥੇ ਖਲੋ ਕੇ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਾਂਗੇ। ਅਸੀਂ ਉੱਚੀ ਆਵਾਜ਼ ਦੇ ਵਿੱਚ ਪਾਠ ਕਰਾਂਗੇ ਤੇ ਜਿੰਨੀ ਵੀ ਤੇਰੀ ਫੌਜ ਹੈ, ਘੋੜਸਵਾਰ ਫੌਜ ਹੈ, ਉਹ ਸਾਰੀ ਦਰਿਆ ਵਿੱਚੋਂ ਪਾਰ ਲੰਘ ਜਾਵੇ। ਜਿੰਨਾ ਚਿਰ ਪਾਠ ਹੁੰਦਾ ਰਹੇਗਾ ਤੇ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਕੋਈ ਵੀ ਅਸਵਾਰ ਡੁੱਬ ਨਹੀਂ ਸਕੇਗਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕਿਆ ਜਾਲੇ। ਗੱਲ ਭਰੋਸੇ ਦੀ ਸੀ। ਕਹਿੰਦੇ ਨੇ ਬਾਬਾ ਵੀਰ ਸਿੰਘ ਜੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਲੱਗੇ ਤੇ ਜਿੰਨੇ ਵੀ
ਮਹਾਰਾਜੇ ਦੀ ਫੌਜ ਸੀ ਉਹ ਸਾਰੀ ਦਰਿਆ ਦੇ ਵਿੱਚੋਂ ਪਾਰ ਲੰਘਣ ਲੱਗ ਪਈ। ਤਕਰੀਬਨ ਹੌਲੀ ਹੌਲੀ ਪਾਠ ਕਰਦਿਆਂ 1.5-2 ਘੰਟੇ ਲੱਗੇ ਔਰ ਉਹ ਫੌਜ ਪਾਰ ਚਲੀ ਗਈ। ਕੁਝ ਮੁਸਲਮਾਨ ਸਨ ਫੌਜ ਦੇ ਵਿੱਚ ਔਰ ਉਹਨਾਂ ਨੇ ਇਹਨਾਂ ਬਚਨਾਂ ਤੇ ਸਤਿਗੁਰੂ ਦੀ ਬਾਣੀ ਤੇ ਯਕੀਨ ਨਹੀਂ ਕੀਤਾ। ਇਤਿਹਾਸ ਦੱਸਦਾ ਹੈ ਉਹ ਕਹਿਣ ਲੱਗੇ ਬਈ ਅਸੀਂ ਤੇ ਉਦੋਂ ਹੀ ਦਰਿਆ ਪਾਰ ਕਰਨਾ ਜਦੋਂ ਇਹ ਬਾਣੀ ਪੜ੍ਹਨੋਂ ਹਟ ਜਾਵੇਗਾ। ਬਾਬਾ ਵੀਰ ਸਿੰਘ ਜੀ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਕੀਤਾ ਤੇ ਆਪ ਵੀ ਫੌਜ ਦੇ ਨਾਲ ਮਗਰੇ ਹੀ ਪਾਰਲੇ ਪਾਰ ਚਲੇ ਗਏ। ਔਰ ਕਹਿੰਦੇ ਜਦੋਂ ਦੂਸਰੇ ਮੁਸਲਮਾਨ ਫੌਜੀਆਂ ਨੇ ਬਾਅਦ ਵਿੱਚ ਉਸ ਅਟਕ ਦਰਿਆ ਦੇ ਵਿੱਚ ਪੈਰ ਪਾਇਆ ਉਹ ਸਾਰੇ ਦੇ ਸਾਰੇ ਦਰਿਆ ਦੀ ਭੇਟ ਚੜ੍ਹ ਗਏ, ਕਿਉਂਕਿ ਉਹਨਾਂ ਨੂੰ ਬਾਣੀ ਤੇ ਭਰੋਸਾ ਨਹੀਂ ਸੀ। ਇਸ ਲਈ ਗੱਲ ਸਾਰੀ ਭਰੋਸੇ ਦੀ ਹੈ। ਹਜ਼ੂਰ ਕਹਿੰਦੇ ਸੁਣਿਆ ਹਾਥ ਹੋਵੇ ਅਸਗਾਹੋ, ਜਦੋਂ ਸ਼ਰਧਾ ਭਾਵਨਾ ਦੇ ਨਾਲ ਕੋਈ ਗੁਰਸਿੱਖ ਬਾਣੀ ਨੂੰ ਪੜ੍ਹਦਾ ਹੈ ਤੇ ਕੋਈ ਉਸ ਨੂੰ ਧਿਆਨ ਦੇ ਨਾਲ ਸੁਣਦਾ ਹੈ ਤੇ ਚਾਹੇ ਕਿਤਨਾ ਵੀ ਡੂੰਘਾ ਕੋਈ ਦਰਿਆ ਹੋਵੇ, ਸਮੁੰਦਰ ਹੋਵੇ, ਉਹ ਵੀ ਰਾਹ ਦੇ ਦਿੰਦਾ ਹੈ, ਉਹਦੀ ਵੀ ਹਾਥ ਪੈ ਜਾਂਦੀ ਹੈ। ਇਸ ਲਈ ਭਾਈ ਸਾਨੂੰ ਸਤਿਗੁਰੂ ਦੀ ਬਾਣੀ ਤੇ ਭਰੋਸਾ ਕਰਨਾ ਚਾਹੀਦਾ ਹੈ। ਦੂਸਰਾ ਅੰਤਰੀਵ ਅਰਥ ਇਹ ਹੈ ਸੁਣਿਆ ਹਾਥ ਹੋਵੇ ਅਸਗਾਹੋ, ਇਹ ਜਿਹੜਾ ਸੰਸਾਰ ਸਮੁੰਦਰ ਹੈ ਵੀ ਬਹੁਤ ਡੂੰਘਾ ਹੈ, ਇਸ ਦੀ ਵੀ ਕੋਈ ਥਾਂ ਨਹੀਂ ਪੈਂਦੀ। ਪਰ ਜਦੋਂ ਭਾਈ ਸਤਿਗੁਰੂ ਦੀ ਬਾਣੀ ਸੁਣਨ ਲੱਗ ਜਾਈਏ ਨਾ ਤੇ ਫਿਰ ਸੰਸਾਰ ਸਮੁੰਦਰ ਚਾਹੇ ਕਿਤਨਾ ਵੀ ਡੂੰਘਾ ਕਿਉਂ ਨਾ ਹੋਵੇ ਇਹਦੀ ਵੀ ਹਾਥ ਪੈ ਜਾਂਦੀ ਹੈ, ਇਹਦੇ ਵਿੱਚੋਂ ਵੀ ਰਾਹ ਲੱਭ ਜਾਂਦਾ ਹੈ, ਇਸ ਤੋਂ ਵੀ ਪਾਰ ਹੋਣ ਦਾ ਤਰੀਕਾ ਲੱਭ ਜਾਂਦਾ ਹੈ। ਨਾਨਕ ਭਗਤਾਂ ਸਦਾ ਵਿਗਾਸ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬਾਣੀ ਸੁਣ ਕੇ, ਨਾਮ ਸੁਣ ਕੇ ਭਗਤਾਂ ਦੀ ਸ਼੍ਰੇਣੀ ਪ੍ਰਾਪਤ ਹੁੰਦੀ ਹੈ। ਨਾਨਕ ਭਗਤਾਂ ਸਦਾ ਵਿਗਾਸ, ਉਹਨਾਂ ਭਗਤਾਂ ਨੂੰ ਨਾਮ ਬਾਣੀ ਦੇ ਨਾਲ ਜੁੜ ਕੇ ਸਦਾ ਵਿਗਾਸ, ਹਮੇਸ਼ਾ ਲਈ ਖੁਸ਼ੀਆਂ ਤੇ ਖੇੜਿਆਂ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਸੁਣਿਆ ਦੁਖ ਪਾਪ ਕਾ ਨਾਸ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਦੇ ਮੁਖ ਤੋਂ ਨਾਮ ਨੂੰ ਸੁਣਨ ਦੇ ਨਾਲ, ਬਾਹਰਲੇ ਕੰਨਾਂ ਦੇ ਨਾਲ ਹੀ ਨਹੀਂ ਅੰਦਰਲੇ ਕੰਨਾਂ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ, ਧਿਆਨ ਦੇ ਨਾਲ ਸੁਣਿਆ, ਦੁੱਖ ਪਾਪ ਕਾ ਨਾਸ, ਦੁੱਖਾਂ ਤੇ ਪਾਪਾਂ ਦਾ ਵੀ ਨਾਸ ਹੋ ਜਾਂਦਾ ਹੈ। ਇਸ ਲਈ ਜਿਹੜੇ ਵੀ ਗੁਰਸਿੱਖ ਮਾਈ ਭਾਈ ਬਾਣੀ ਪੜ੍ਹ ਨਹੀਂ ਸਕਦੇ ਉਹਨਾਂ ਨੂੰ ਧਿਆਨ ਦੇ ਨਾਲ ਸੁਣ ਹੀ ਲੈਣੀ ਚਾਹੀਦੀ ਹੈ। ਤੇ ਸੁਣਨ ਦਾ ਵੀ ਓਨਾ ਹੀ ਮਹਾਤਮ ਹੈ ਜਿੰਨਾ ਪੜ੍ਹਨ ਦਾ ਮਹਾਤਮ ਹੈ, ਜੇ ਧਿਆਨ ਦੇ ਨਾਲ ਸੁਣਿਆ ਜਾਵੇ। ਇਸੇ ਲਈ ਹਜ਼ੂਰ ਕਹਿੰਦੇ ਭਾਈ ਇਹ ਸੁਣਨ ਦਾ ਹੀ ਮਹਾਤਮ ਹੈ। ਵੀ 4 ਪੌੜੀਆਂ ਵਿੱਚ ਸਤਿਗੁਰੂ ਨੇ ਦੱਸਿਆ ਵੀ ਜਿਹੜਾ ਵੀ ਗੁਰਸਿੱਖ ਮਾਈ ਭਾਈ ਸ਼ਰਧਾ ਭਾਵਨਾ ਦੇ ਨਾਲ ਗੁਰੂ ਦੇ ਮੁਖ ਤੋਂ ਨਾਮ ਬਾਣੀ ਉਪਦੇਸ਼ ਨੂੰ ਸੁਣਦਾ ਹੈ ਤੇ ਉਹਨੂੰ ਆ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ ਤੇ ਸਾਰੀਆਂ ਹੀ ਪ੍ਰਾਪਤੀਆਂ ਤੇ ਸਾਰੇ ਹੀ ਫਲ ਉਸ ਨੂੰ ਲੱਭ ਜਾਂਦੇ ਨੇ ਤੇ ਇਹਦੇ ਨਾਲ ਨਾਲ ਵੱਡਾ ਫਲ ਇਹ ਪ੍ਰਾਪਤ ਹੁੰਦਾ ਹੈ ਨਾਨਕ ਭਗਤਾਂ ਸਦਾ ਵਿਗਾਸ। ਸੁਣਿਆ ਦੁਖ ਪਾਪ ਕਾ ਨਾਸ, ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਵੀ ਨਾਸ ਹੁੰਦਾ ਹੈ ਤੇ ਸਦਾ ਖੁਸ਼ੀਆਂ ਤੇ ਖੇੜੇ ਵਾਲੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।